ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਟੇਟ ਬੈਂਕ ਆਫ ਇੰਡੀਆ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਸੁਪਰੀਮ ਕੋਰਟ ਨੇ ਪਾਇਆ ਹੋਇਆ ਕਿ ਇਲੈਕਟੋਰਲ ਬੌਂਡਸ ਦੀਆਂ ਡਿਟੇਲਸ ਜੋ ਤੁਹਾਨੂੰ ਅਸੀਂ ਕਿਹਾ ਹੈ ਸਬਮਿਟ ਕਰਨ ਵਾਸਤੇ, ਉਹ ਐਜ਼ ਇਟ ਇਜ਼ ਸਾਰਿਆਂ ਦੀਆਂ ਸਾਰੀਆਂ ਡਿਟੇਲਸ ਤੁਸੀਂ ਕਿਉਂ ਨਹੀਂ ਦੇ ਰਹੇ ਇਲੈਕਸ਼ਨ ਕਮਿਸ਼ਨ ਨੂੰ। ਸਾਡਾ ਜੋ ਆਰਡਰ ਹੈ ਬਿਲਕੁਲ ਕਲੀਅਰ ਹੈ ਔਰ ਤੁਸੀਂ ਉਸ ਨੂੰ ਕਿਉਂ ਨਹੀਂ ਸਮਝ ਪਾ ਰਹੇ। ਬਾਰ-ਬਾਰ ਸਟੇਟ ਬੈਂਕ ਆਫ ਇੰਡੀਆ ਨੂੰ ਫਟਕਾਰ ਪੈ ਰਹੀ ਹੈ ਸੁਪਰੀਮ ਕੋਰਟ ਆਫ ਇੰਡੀਆ ਤੋਂ। ਸੋ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਹ ਗੜਬੜ ਕੀ ਹੈ। ਸੁਪਰੀਮ ਕੋਰਟ ਦੀ ਗੱਲ ਕਿਉਂ ਨਹੀਂ ਸਟੇਟ ਬੈਂਕ ਆਫ ਇੰਡੀਆ ਨੂੰ ਸਮਝ ਆ ਰਹੀ, ਕਿਉਂ ਨਹੀਂ ਸਾਰੀਆਂ ਡਿਟੇਲਸ ਦੇ ਰਿਹਾ, ਕਿਉਂ ਲੁਕੋਇਆ ਜਾ ਰਿਹਾ ਹੈ ਜਾਂ ਫਿਰ ਜਾਣਬੁੱਝ ਕੇ ਲੁਕੋ ਰਿਹਾ ਹੈ। ਇਸ ਦੇ ਬਾਰੇ ਚਰਚਾ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਸਟੂਡੀਓਜ਼ ਦੇ ਵਿੱਚ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ, ਕਿਉਂਕਿ ਹਮੇਸ਼ਾ ਸਾਨੂੰ ਉਹ ਇਨਲਾਈਟਨ ਕਰਦੇ ਨੇ ਵਿਸ਼ਿਆਂ ਦੇ ਉੱਤੇ। ਅੱਜ ਵੀ ਅਸੀਂ ਉਹਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਨਜੀਤ ਜੀ, ਵੈਲਕਮ ਟੂ ਪੰਜਾਬ ਚਰਚਾ। ਬਹੁਤ ਬਹੁਤ ਧੰਨਵਾਦ ਜੀ। ਸੋ ਮਨਜੀਤ ਜੀ, ਵਿਚਾਰਨ ਵਾਲੀ ਗੱਲ ਇਹ ਹੈ, ਇਹ ਕਹਾਣੀ ਕੀ ਹੈ? ਇਹ ਕਹਾਣੀ ਸਾਨੂੰ ਨਹੀਂ ਸਮਝ ਆ ਰਹੀ ਕਿ ਸਟੇਟ ਬੈਂਕ ਆਫ ਇੰਡੀਆ ਨੂੰ ਸਮਝ ਨਹੀਂ ਆ ਰਹੀ? ਇਹ ਗੱਲ ਕੀ ਹੈ? ਇਹ ਕਿਹਦੀ ਗੱਲ ਸਮਝ ਨਹੀਂ ਆ ਰਹੀ ਮਨਜੀਤ ਜੀ? ਇਹ ਬੜੀ ਸਾਫ਼ ਗੱਲ ਹੈ ਸੰਜੀਵ ਜੀ ਕਿ ਜਿਹਨੂੰ ਅਸੀਂ ਬਹੁਤ ਵੱਡਾ ਗੁਬਾਰਾ ਡੈਮੋਕ੍ਰੇਸੀ ਦਾ ਫੈਲਾ ਕੇ ਤਾਂ ਨੂੰ ਚੜਾਉਂਦੇ ਆ ਤੇ ਤੁਣਕਾ ਮੋਦੀ ਜੀ ਮਾਰਦੇ ਆ, ਅਸਲ 'ਚ ਉਹ ਗੁਬਾਰਾ ਹੀ ਹੈ। ਹਮੇਸ਼ਾ ਡਰ ਬਣਿਆ ਰਹਿੰਦਾ ਕਿ ਮਾੜਾ ਜਿਹਾ ਵੀ ਪੰਚਰ ਹੋ ਗਿਆ ਤੇ ਕਿਤੇ ਫੜੂਸ ਕਰਕੇ ਥੱਲੇ ਨਾ ਡਿੱਗ ਪਏ। ਇਹ ਗੁਬਾਰੇ ਦਾ ਇੱਥੋਂ ਅੰਦਾਜ਼ਾ ਲੱਗਦਾ ਕਿ ਜਦੋਂ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਤੁਸੀਂ ਆਪਣੇ ਕਿੰਨੇ ਫੰਡ ਕਿੱਥੋਂ ਲਏ, ਜਨਤਾ ਦਾ ਜਾਣਨ ਦਾ ਅਧਿਕਾਰ ਆ। ਤੇ ਖਾਸ ਕਰਕੇ ਜਦੋਂ ਤੁਹਾਨੂੰ ਇਨਕਮ ਟੈਕਸ ਦੀ ਰਾਹਤ ਮਿਲਦੀ ਆ ਕੰਟਰੀਬਿਊਟਰਸ ਨੂੰ, ਔਰ ਤੁਸੀਂ ਇਹ ਆਪਣੀ, ਵੈਸੇ ਤੇ ਇਹਨਾਂ ਨੇ ਉੱਥੇ ਜਿਹੜੀ ਬਣਦੀ ਬੈਲੈਂਸ ਸ਼ੀਟ ਉਹਦੇ ਵਿੱਚ ਵੀ ਇਹ ਦਰਜ ਕਰਨਾ ਹੁੰਦਾ ਕੰਪਨੀਆਂ ਨੇ। ਜਿਹੜਾ ਪਹਿਲਾ ਸਿਸਟਮ ਸੀ ਕਿ ਚੁੱਪ ਚਪੀਤੇ ਚੁੱਪ ਗੜੋ, ਉਹਨੂੰ ਪੈਸਾ ਦੇ ਦਿੱਤਾ, ਉਹਨੂੰ ਪੈਸਾ ਦੇ ਦਿੱਤਾ, ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਤੇ ਜਿਹੜਾ ਕਾਨੂੰਨ ਦੁਨੀਆ ਤੇ ਦੇਸ਼ ਤੇ ਹਰ ਵੋਟਰ ਤੇ ਲਾਗੂ ਕਰਨਾ ਚਾਹੁੰਦੇ ਆ, ਉਹ ਪੋਲੀਟੀਕਲ ਪਾਰਟੀਆਂ ਆਪਣੇ ਤੇ ਲਾਗੂ ਹੀ ਨਹੀਂ ਕਰਨਾ ਚਾਹੁੰਦੀਆਂ। ਰਾਈਟ ਟੂ ਇਨਫੋਰਮੇਸ਼ਨ, ਟਰਾਂਸਪੇਰੈਂਸੀ, ਸਾਰਾ ਕੁਝ ਹੋਣਾ ਚਾਹੀਦਾ ਸੀਗਾ, ਉਹ ਕਦੀ ਇਹਨਾਂ ਨੇ ਨਹੀਂ ਕੀਤਾ। ਹੁਣ ਜੈਤਲੀ ਸਾਹਿਬ ਜਦੋਂ ਫਾਈਨੈਂਸ ਮਿਨਿਸਟਰ ਸੀ, ਬੀਜੇਪੀ ਨੂੰ ਸੁਝਿਆ ਕਿ ਅਸੀਂ ਨਾ ਦੋ ਕੰਮ ਕਰਦੇ। ਇੱਕ ਤੇ ਵਾਹਵਾਹੀ ਖੱਟਾਂਗੇ, ਉਹ ਇਹ ਕਰਾਂਗੇ ਕਿ ਆਪਾਂ ਇਹ ਕਹਿੰਦੇ ਕਿ ਇਲੈਕਟੋਰਲ ਬੌਂਡ ਰਾਹੀਂ ਪੈਸਾ ਹੋਊ, ਕਾਲਾ ਧਨ ਖਤਮ, ਤੇ ਸਿੱਧਾ ਸਾਰਿਆਂ ਦਾ ਜਾਣੀ ਕਾਰਪੋਰੇਟਾਂ ਦਾ ਵੀ ਫਾਇਦਾ ਹੋਊ ਤੇ ਪੋਲੀਟੀਕਲ ਪਾਰਟੀਆਂ ਦਾ ਵੀ, ਜਿਹਨੂੰ ਜਿੰਨਾ ਫੰਡ ਜਾਣਾ ਜਾਊਗਾ। ਇਸ ਲਈ ਉਹ ਇੱਕ ਅਕਾਊਂਟ ਤਿਆਰ ਹੋ ਜਾਊਗਾ। ਪਰ ਨਾਲ ਹੀ ਇੱਕ ਦੂਜਾ ਪਾਸਾ ਕੀ ਕਰ ਲਿਆ, ਇਹ ਕਹਿਤਾ ਕਿ ਹੋਊਗਾ ਇਹ ਗੁਪਤ ਦਾਨ, ਪਤਾ ਨਹੀਂ ਲੱਗੂ ਕਿ ਕਿਹਨੇ ਕਿਹਨੂੰ ਕੀ ਕੀਤਾ। ਕਾਰਪੋਰੇਟ ਆਪਣਾ ਬੌਂਡ ਖਰੀਦ ਲੈਣਗੇ ਪਾਰਟੀਆਂ ਦੇ ਨਾਂ ਤੇ ਪਾਰਟੀਆਂ ਨੂੰ ਉਹ ਚਲੇ ਜਾਊਗਾ। ਤੇ ਇਸ ਕਿਸਮ ਦਾ ਫਿਰ ਉਹ ਸਾਰਾ ਹੋ ਜਾਊਗਾ ਕਿ ਆਪਸ ਵਿੱਚ ਤੇ ਉਹਨਾਂ ਨੂੰ ਪਤਾ ਹੋਊਗਾ, ਪਰ ਉਹ ਜਨਤਾ ਤੋਂ ਪਰੇ ਰਹੂਗਾ, ਕਿਉਂਕਿ ਉਸ ਦੀ ਸਾਰੀ ਜਿਹੜੀ ਫੁੱਲ ਇਨਫੋਰਮੇਸ਼ਨ SBI ਕੋਲ ਹੋਊਗੀ। ਤੇ ਇੱਕੋ ਹੀ ਬੈਂਕ SBI, ਸਟੇਟ ਬੈਂਕ ਆਫ ਇੰਡੀਆ, ਅਲਾਉਡ ਸੀਗੀ ਇਹ ਸਾਰਾ ਕਾਰੋਬਾਰ ਚਲਾਉਣ ਲਈ। ਹੁਣ ਜਦੋਂ ਇਹ ਭਾਂਡਾ ਫੁੱਟਿਆ, ਮੈਨੂੰ ਲੱਗਦਾ ਸੁਪਰੀਮ ਕੋਰਟ 'ਚ ਕੋਈ ਹੋਰ ਅਲਟਰਨੇਟਿਵ ਇਨਫੋਰਮੇਸ਼ਨ ਹੋਊਗੀ। ਉਹ ਇਹੀ, ਜਿਵੇਂ ਮੈਂ ਸ਼ੁਰੂ 'ਚ ਗੁਬਾਰੇ ਵਾਲੀ ਡੈਮੋਕ੍ਰੇਸੀ ਦੀ ਗੱਲ ਕੀਤੀ ਹੈ, ਵੀ ਇੱਥੇ ਤੇ ਡੈਮੋਕ੍ਰੇਸੀ ਨਹੀਂ, ਡੰਡਾਕ੍ਰੇਸੀ, ਦਾਦਾਗਿਰੀ ਚੱਲ ਰਹੀ ਹੈ। ਕਿ ਜਿਹਦਾ ਹੀ ਰਾਜ ਹੁੰਦਾ, ਭਾਵੇਂ ਉਹ ਸੂਬਿਆਂ 'ਚ ਹੋਵੇ, ਖਾਸ ਕਰਕੇ ਜਿਹੜੀ ਸੈਂਟਰ ਦੀ ਗੌਰਮੈਂਟ ਆ ਉਹਦੇ ਵੱਲੋਂ, ਉਹ ਤੇ ਬਾਂਹ ਮਰੋੜੀ ਦਾ ਕੰਮ ਚੱਲ ਰਿਹਾ। ਉਹ ਕਹਿੰਦੇ ਕਿ ਸਾਨੂੰ ਇੱਥੇ ਲਿਖ ਕੇ ਦਿਓ, ਬੌਂਡ ਦਿਓ, ਪੈਸੇ ਦਿਓ, ਤੇ ਵਿਰੋਧੀਆਂ ਨੂੰ ਦੇਣ ਜਾਂ ਨਾ ਦੇਣ ਉਹਦਾ ਸਾਨੂੰ ਕੋਈ ਬਹੁਤਾ ਸਰੋਕਾਰ ਨਹੀਂ ਹੈ। ਹੁਣ ਹੋਇਆ ਕਿ ਜਦੋਂ ਇਹ ਸਾਰਾ ਕੁਝ ਕੱਚਾ ਚਿੱਠਾ ਜਗਜ਼ਾਰ ਹੋ ਗਿਆ, ਸਾਰਿਆਂ ਦੇ ਸਾਹਮਣੇ ਹੋ ਗਿਆ, ਪਹਿਲੀ ਗੱਲ ਤੇ ਉਹਨਾਂ ਨੇ 30 ਜੂਨ ਤੱਕ ਕਹਿਤਾ SBI ਨੇ, ਭਾਈ ਸਾਨੂੰ, ਅਸੀਂ ਉਹ ਬਹੁਤ ਲੰਬਾ ਚੌੜਾ ਕੰਮ ਹੈ, ਇਹਦੇ 'ਚ ਤੇ ਅੰਕੜੇ ਹੀ ਬੜੇ ਆ, ਇਹਦੇ 'ਚ ਤੇ ਬਹੁਤ ਵੱਡਾ ਸਾਡੇ ਸਾਰੀ SBI ਦਾ ਸਟਾਫ ਲੱਗਾ ਹੋਇਆ, ਫਿਰ ਵੀ ਨਹੀਂ ਸਾਡੇ ਕੋਲ ਸਿਰੇ ਲੱਗਦਾ, ਸਾਨੂੰ ਜਾਣੀ ਇਲੈਕਸ਼ਨਾਂ ਲੰਘਾਉਣੀਆਂ। ਪਹਿਲਾਂ ਉਹਨਾਂ ਨੇ ਪਿਓ ਤੜਾਏ ਲਿਆ। ਉਹਨਾਂ ਨੇ ਫਿਰ ਡਾਂਟ ਕੇ ਕਿਹਾ ਕਿ ਤੁਹਾਨੂੰ ਮਹੀਨਾ ਦਿੱਤਾ ਸੀ, ਕਰੋ। ਹੁਣ ਉਹਨਾਂ ਨੇ ਜਦੋਂ ਉਹ ਕੀਤਾ ਨਹੀਂ, ਤੇ ਕੀਤਾ ਤੇ ਅੱਧ ਬਚੱਦਾ ਕੀਤਾ ਕੀ ਕਿ ਆਪਣੇ ਇਹ ਦੱਸਦਾ ਵੀ ਕਿੰਨੇ ਬੌਂਡ ਕਿਹੜੀ ਪਾਰਟੀ ਨੂੰ ਪੈਸਾ ਚਲਾ ਗਿਆ, ਇਹ ਤੇ ਦੱਸਤਾ। ਇਹ ਇਲੈਕਸ਼ਨ ਕਮਿਸ਼ਨ ਨੂੰ ਦੇਤਾ, ਇਲੈਕਸ਼ਨ ਕਮਿਸ਼ਨ ਨੇ ਬੜੇ ਟਾਈਮ ਸਿਰ 15 ਤਰੀਕ ਦਾ ਪਾਤਾ, ਵੈਬਸਾਈਟ ਤੇ ਪਾਤਾ ਨਾ। ਇਹ ਨਹੀਂ ਡਿਸਕਲੋਜ਼ ਕੀਤਾ ਕਿ ਕਿਹੜੇ ਕਾਰਪੋਰੇਟ ਘਰਾਣੇ ਨੇ
ਜਿਹੜਾ ਕਿ ਐਲਫਾ ਨੁਮੈਰਿਕ ਨੰਬਰ ਹੁੰਦਾ ਬੌਂਡ ਤੇ, ਉਹਦੇ ਤੋਂ ਪਤਾ ਲੱਗਣਾ ਸੀਗਾ ਕਿ ਕਿਹੜੇ ਘਰਾਣੇ ਨੇ ਕਿਹਦੇ ਲਈ ਕਿਹੜੀ ਪਾਰਟੀ ਲਈ ਖਰੀਦਿਆ। ਸਿੱਧਾ ਸਿੱਧਾ ਕਨੈਕਸ਼ਨ ਜੋੜਨ ਤੋਂ ਗਰੇਜ਼ ਕੀਤਾ, ਤਾਂ ਜਾ ਕੇ ਫਟਕਾਰ ਦੋਹਰੇ ਪਈ ਆ। ਹੁਣ ਜਿਹੜੀ ਇਹ ਗੱਲ ਕਹਿ ਰਹੇ ਆ ਨਾ ਕਿ ਅਸੀਂ ਬੜਾ ਬਹੁਤ ਵੱਡਾ ਕੰਮ ਕੀਤਾ ਸੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦਾ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈ ਫਿਰ ਡਰਦੇ ਕਿਉਂ ਆ? ਹੁਣ ਹੋ ਕੀ ਰਿਹਾ? ਹੋ ਇਹ ਰਿਹਾ ਕਿ ਡਰ ਪੈਦਾ ਹੋ ਗਿਆ ਕਾਰਪੋਰੇਟਾਂ ਦੇ ਘਰ ਦੇ ਵਿੱਚ, ਹੋ ਗਿਆ ਪੈਦਾ। ਪਹਿਲੀ ਗੱਲ ਮੈਂ ਇਹ ਤੋਂ ਪਹਿਲਾਂ ਕਿ ਡਰ ਦੀ ਗੱਲ ਕਰਾਂ, ਜਿਹੜੀ ਕਿ ਕੱਲ CII ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼, ਉਹ ਐਸੋਚਮ ਤੇ ਇੱਕ ਫਿੱਕੀ ਫੈਡਰੇਸ਼ਨ ਆਫ ਇੰਡੀਆ, ਜਿਹੜੀ ਫਿੱਕੀ ਜਿਹਨੂੰ ਕਹਿੰਦੇ ਆ ਫੈਡਰੇਸ਼ਨ ਆਫ ਇੰਡੀਅਨ ਕਮਰਸ ਐਂਡ ਇੰਡਸਟਰੀ, ਸਮਥਿੰਗ ਲਾਈਕ ਦੈਟ, ਜਿਹੜਾ ਉਹਨਾਂ ਦੀ ਫੈਡਰੇਸ਼ਨ ਹੈਗੀ ਆ, ਉਹ ਉਹਨਾਂ ਵੱਲੋਂ ਤਿੰਨਾਂ ਵੱਲੋਂ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਕਿ ਰੱਬ ਦਾ ਵਾਸਤਾ ਇਹ ਸਾਰਾ ਕੁਝ ਕੱਚਾ ਚਿੱਠਾ ਨਾ ਖੋਲੋ, ਸਾਡੇ ਤੇ ਕਾਫੀਆ ਤੰਗ ਹੋ ਜਾਊਗਾ। ਕਿਉਂਕਿ ਜਿਹੜੇ ਕਾਰਪੋਰੇਟ ਆ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਫੰਡ ਦੇਣਾ ਹੁੰਦਾ, ਅਲੱਗ-ਅਲੱਗ ਪਾਰਟੀਆਂ ਨੂੰ ਦੇਣਾ ਹੁੰਦਾ, ਤੇ ਉਹਨਾਂ ਦੇ ਗੁੱਪ ਚੜੋਪ ਆਪਣੇ ਕੰਮ ਕਰਾਉਣੇ ਹੁੰਦੇ ਆ। ਹੁਣ ਇਹ ਐਸਟੈਬਲਿਸ਼ ਹੋ ਗਿਆ ਕਿ BJP ਨੂੰ ਜਿਨ੍ਹਾਂ ਨੇ ਘਰਾਣਿਆਂ ਨੇ, 5 ਵੱਡਿਆਂ ਨੇ, ਸਭ ਤੋਂ ਟੌਪ ਤੇ 5 ਨੇ ਕੰਟਰੀਬਿਊਟ ਕੀਤਾ, ਉਹਨਾਂ ਚੋਂ 3 ਇਹੋ ਜਿਹੇ ਆ ਜਿਨ੍ਹਾਂ ਨੇ ED ਦੇ ਛਾਪੇ ਵੱਜੇ। ED ਦਾ ਛਾਪਾ ਤੇ ਕੋਈ ਲਾਟਰੀ ਵਾਲਾ ਆ, ਕੋਈ ਤਾਮਿਲਨਾਡੂ ਦਾ, ਉਹਦਾ ਇਹੋ ਜਿਹਾ ਛਾਪਾ, ਫਿਊਚਰ ਗੇਮਿੰਗ ਦਾ ਇਹੋ ਜਿਹਾ ਛਾਪਾ ਵੱਜਾ ਕਿ 1 ਮਹੀਨੇ ਅੰਦਰ ਹੀ 140 ਕਰੋੜ ਰੁਪਏ ਦੇ ਬਾਂਡ ਖਰੀਦ ਲਏ ਉਹਨੇ। ਜਦੋਂ ਹੀ ਛਾਪਾ ਵੱਜਿਆ ਫੇਰ ਵੱਜਾ ਤੇ ਫੇਰ 100 ਕਰੋੜ ਦੇ ਇਹੋ ਜਿਹਾ ਕੰਮ। ਮੇਰਾ ਖਿਆਲ ਘੱਟੋ ਘੱਟ ਉਹ ਇਕੱਲੇ ਨੇ ਹੀ 1300 ਤੋਂ ਕਰੋੜ ਤੋਂ ਉੱਪਰ ਬਾਂਡ ਖਰੀਦ ਲਏ, ਇਹਨੇ, ਉਹ ਲਾਟਰੀ ਵਾਲੇ ਨੇ। ਹੁਣ ਇਹ ਜਿਹੜਾ ਦੂਜੀ ਕੀ ਪਤਾ ਲੱਗਾ ਕਿ ਜਿੱਥੇ ਕਲੀਅਰੈਂਸ ਚਾਹੀਦੀ ਹੈ ਸਰਕਾਰ ਕੋਲੋਂ, ਅਲੱਗ-ਅਲੱਗ ਫਾਈਲਾਂ ਦੀ, ਕਿਤੇ এনवायरमेंट ਦੀ ਕਲੀਅਰੈਂਸ ਆ, ਕਿਤੇ ਸਰਕਾਰ ਨੇ ਠੇਕੇ ਦੇਣੇ ਆ, ਕੋਈ ਮਾਈਨਿੰਗ ਦਾ ਠੇਕਾ ਦੇਣਾ, ਆਕਸ਼ਨ ਕਰਨੀ, ਜੇ ਉਹਦੇ ਚੱਕਰ ਦੇ ਵਿੱਚ ਵੀ ਉਹਨਾਂ ਨੇ ਇਹ ਕਨੈਕਸ਼ਨ ਜੁੜ ਗਏ ਕਿ ਜਿਸ ਤਰੀਕੇ ਨਾਲ ਅੱਜ ਕਲੀਅਰੈਂਸ ਦਿੱਤੀ ਹੈ ਤਾਂ ਅਗਲੇ ਦਿਨ ਪੈਸੇ ਆ ਗਏ, ਜਾਂ ਪਹਿਲਾਂ 4 ਕੰਪਨੀਆਂ ਦਾ ਤੇ ਇਹ ਆ ਕਿ ਪਹਿਲਾਂ ਕਲੀਅਰੈਂਸ ਦਿੱਤੀ ਤੇ ਫਿਰ ਪੈਸੇ ਆਏ, ਇਲੈਕਟੋਰਲ ਬੌਂਡ ਦੇ ਪੈਸੇ ਆਏ। ਦੂਜਿਆਂ ਦਾ, ਬਹੁਤਿਆਂ ਦਾ 25 ਕੰਪਨੀਆਂ ਕਰੀਬ ਸ਼ਾਇਦ ਇਹੋ ਜਿਹੀਆਂ ਆ ਗਈਆਂ ਜਿਨ੍ਹਾਂ ਦੇ ਪੈਸੇ ਆ ਗਏ ਤੇ ਤੁਰੰਤ ਕਲੀਅਰੈਂਸ 2-3 ਦਿਨਾਂ 'ਚ ਹੀ ਆ ਗਈ। ਮਤਲਬ ਇਹ ਸਾਰੇ ਕਨੈਕਸ਼ਨ ਬੜੇ ਇੰਪੋਰਟੈਂਟ ਕਨੈਕਸ਼ਨ ਹੈ ਕਿ ਜਿਹਨੂੰ ਕਹਿੰਦੇ ਆ ਕੁਇਡ ਪ੍ਰੋ ਕੋ, ਕਿ ਤੂੰ ਮੇਰੀ ਮਦਦ ਕਰ, ਮੈਨੂੰ ਫੰਡ ਦੇ ਤੇ ਮੈਂ ਤੇਰੀ ਜੈ ਜੈਕਾਰ ਕਰਾ ਦੂੰਗਾ, ਸਰਕਾਰ ਦਾ ਮਿਸਯੂਜ਼ ਕਰੂੰਗਾ, ਪਾਵਰ ਦਾ ਮਿਸਯੂਜ਼ ਕਰੂੰਗਾ। ਇਹੀ ਕਾਰਨ, ਹੋਰ ਦਾਦਾਗਿਰੀ ਕੀ ਹੁੰਦੀ ਹੈ? ਤੁਸੀਂ ਮੈਨੂੰ ਸਵਾਲ ਪੁੱਛ ਰਹੇ ਸੀ BJP ਕੀ ਐਤਕੀ ਹੈਟ੍ਰਿਕ ਕਰ ਜੂਗੀ ਕਿ ਨਹੀਂ ਕਰ ਜੂਗੀ? ਮੇਰਾ ਜਵਾਬ ਇਹ ਹੈ ਕਿ ਜੇ ਤੇ ਆਹ ਕੁਝ ਹੀ ਚੱਲਦਾ ਰਿਹਾ, ਜਿਸ ਤਰ੍ਹਾਂ ਦਾਦਾਗਿਰੀ ਚੱਲ ਰਹੀ ਹੈ ਕਿ ਸਾਰੇ ਇੰਸਟੀਟਿਊਸ਼ਨ ਨੂੰ ਆਪਣੇ ਕਬਜ਼ੇ 'ਚ ਕਰਕੇ, SBI ਨੂੰ ਕਬਜ਼ੇ 'ਚ ਕਰਕੇ, ਪ੍ਰਭਾਵਿਤ ਕਰਕੇ, ਉਹਨੂੰ ਰੁਕਾਵਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਟਰਾਂਸਪੇਰੈਂਸੀ, ਦਾਦਾਗਿਰੀ ਨਾਲ ਫੰਡ ਇਕੱਠੇ ਕੀਤੇ ਜਾ ਰਹੇ ਆ, ED IT ਦੇ ਰੇਡ ਪਵਾ ਕੇ ਫੰਡ ਇਕੱਠੇ ਕੀਤੇ ਜਾ ਰਹੇ। 84 ਕੰਪਨੀਆਂ ਇਹੋ ਜਿਹੀਆਂ ਆ ਜਿਨ੍ਹਾਂ 'ਚ ਧੱਕੇ ਨਾਲ ਫੰਡ ਲਿਆ ਗਿਆ, ਜਿਹਦੇ 'ਚ ਇਹ ਐਸਟੈਬਲਿਸ਼ ਹੋ ਰਿਹਾ। ਇਸ ਗੱਲ ਦਾ ਜ਼ਿਆਦਾ ਸਾਰਾ ਸੰਜੀਵ ਜਸ ਕਹਿੰਦੇ ਜੀ ਖਲਾਰਾ ਪੈ ਗਿਆ। ਹੁਣ ਤੁਸੀਂ ਇਹ ਦੱਸੋ ਕਿ ਇਹ ਡੈਮੋਕ੍ਰੇਸੀ ਆ ਕਿ ਕੋਡ ਆ? ਰੂਲਿੰਗ ਪਾਰਟੀ ਵਿਰੋਧੀ ਪਾਰਟੀਆਂ ਨੂੰ ਹਰ ਕਿਸਮ ਦਾ ਇੱਕ ਚਿੱਤ ਕਰਨਾ ਚਾਹੁੰਦੀ ਆ, ਪੈਰਾਂ ਥੱਲੇ ਜਿਸ ਤਰ੍ਹਾਂ ਹਾਥੀ ਮਧੋਲਦਾ ਨਾ ਚੀਜ਼ਾਂ ਨੂੰ, ਇੰਜ ਮਧੋਲਣਾ ਚਾਹੁੰਦੀ ਆ ਆਪਣੀ ਤਾਕਤ ਦੇ ਬਲਬੂਤੇ। ਫਿਰ ਇਹ ਡੈਮੋਕ੍ਰੇਸੀ ਕਾਹਦੀ ਆ? ਦਾਦਾਗਿਰੀ ਹੋ ਗਈ ਨਾ, ਡੰਡਾਗਿਰੀ ਜਿਹਨੂੰ ਮੈਂ ਕਹਿੰਦਾ, ਕਿ ਜਾਂ ਤੇ ਮੈਂ ਆ ਜਾਂ ਕੁਛ ਨਹੀਂ ਹੋਊਗਾ, ਦੇਖੀ ਜਾਊਗੀ, ਜੋ ਹੋ ਜਾਊਗੀ ਕਰ ਦਿਓ, ਫੱਟੇ ਚੱਕ ਦਿਓ। ਇਲੈਕਸ਼ਨ ਕਮਿਸ਼ਨ ਦਾ ਕਿਵੇਂ ਸਾਰੀ ਉਹਦੀ ਜਿਹੜੀ ਬਾਡੀ ਦੀ ਇਲੈਕਸ਼ਨ ਹੈ ਉਹਦੇ ਲਈ ਲਾਅ ਨਵਾਂ ਬਣਾ ਕੇ ਕੀ ਕੀਤਾ? CGI ਨੂੰ ਬਾਹਰ ਕਰਤਾ। ਯਾਨੀ ਤੁਸੀਂ ਹਰ ਕਿਸਮ ਦਾ, ਇਲੈਕਸ਼ਨ ਕਮਿਸ਼ਨ ਇੱਕ ਵੱਡੀ ਅੰਪਾਇਰ ਆ ਸਾਰੀ ਇਲੈਕਸ਼ਨ ਦਾ, ਜਿਹਨੇ ਉਹਨੇ ਜਾਨੀ ਇੰਪਾਰਸ਼ਲ ਇਲੈਕਸ਼ਨ ਕਰਾਉਣੀ ਹੈ। ਤੇ ਜੇ ਉਹੋ ਹੀ ਸਰਕਾਰ ਦੇ ਪ੍ਰਭਾਵ ਵੱਲੋਂ, ਉਹਨਾਂ ਦੇ ਪ੍ਰਭਾਵ ਹੇਠ ਚੁਣਿਆ ਜਾਊਗਾ ਤੇ ਬਾਕੀ ਦਾ ਤੁਸੀਂ ਅੰਦਾਜ਼ਾ ਲਾ ਲਓ। ਮੈਨੂੰ ਲੱਗਦਾ ਡੈਮੋਕ੍ਰੇਸੀ ਦਾ ਕੋਡ ਜਿਹੜਾ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ, ਉਹ ਪਹਿਲੀ ਵਾਰੀ CJI ਨੇ ਇਲੈਕਟੋਰਲ ਬੌਂਡ ਰਾਹੀਂ ਜੱਗ ਜ਼ਾਹਰ ਕੀਤਾ। ਇਹ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਹੂੰਗਾ। SBI, ਇਹਦਾ ਮਤਲਬ ਇਹ ਹੈ ਕਿ ਇਸ ਵਕਤ ਜੋ ਮੌਜੂਦਾ ਸਰਕਾਰ ਹੈ ਉਹਦੇ ਪ੍ਰਭਾਵ ਦੇ ਹੇਠਾਂ ਇਹ ਕੰਮ ਕਰ ਰਿਹਾ SBI, ਤੁਹਾਡਾ ਕਹਿਣਾ ਇਹ ਹੈ? ਕਿਉਂਕਿ ਇਹ ਅਸੀਂ ਜਦੋਂ ਦੇਖਦੇ ਹਾਂ BJP ਹੈਟ੍ਰਿਕ ਕਰਨਾ ਚਾਹੁੰਦੀ ਹੈ, ਤੀਜੀ ਵਾਰ ਫਿਰ ਤੋਂ ਆਉਣਾ ਚਾਹੁੰਦੀ ਹੈ ਪਾਵਰ ਦੇ ਵਿੱਚ, ਔਰ 400 ਪਾਰ ਦੀ, 400 ਪਲੱਸ ਦੀ ਮੈਜੋਰਿਟੀ ਲੈਣਾ ਚਾਹੁੰਦੀ ਆ, ਤਾਂ ਤੁਹਾਨੂੰ ਕੀ ਲੱਗਦਾ ਕਿ SBI ਅੰਡਰ ਪ੍ਰੈਸ਼ਰ ਹੈਗਾ ਹੈ ਔਰ ਇਸ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਇਸ ਵਕਤ ਰੂਲਿੰਗ ਪਾਰਟੀ ਜੋ
ਸੈਂਟਰ ਦੇ ਵਿੱਚ ਸਰਕਾਰ ਬਣਾ ਕੇ ਬੈਠੀ ਹੈ, ਸੱਤਾ ਦੇ ਉੱਤੇ ਕਾਬਜ਼ ਹੈ। ਮਨਜੀਤ ਜੀ, ਸਰ ਤੁਸੀਂ ਮੇਰੇ ਮੂੰਹ ਘੁਮਾਉਣਾ ਚਾਹੁੰਦੇ ਤੇ ਮੈਂ ਕਹਿ ਦੇਣਾ ਮੈਨੂੰ ਕੀ ਫਰਕ ਪੈਂਦਾ ਵੀ ਇਹੀ ਹੈ, ਇਹੀ ਨਹੀਂ ਹੈ ਕੱਲਾ। ਉਹਨਾਂ ਕੋ ਫੰਡ ਲਿਆ, ਉਹਨਾਂ ਨੂੰ ਸਰਕਾਰੀ ਉਹਦੇ ਇਵਜ਼ ਵਿੱਚ ਰਾਹਤਾਂ ਦਿੱਤੀਆਂ, ਭਾਵੇਂ ਉਹ ਰਾਹਤ ਈਡੀ ਦੀ ਸੀ, ਫੜੇ ਜਾਣ ਦੀ ਸੀ, ਦਬਕਾ ਸੀ, ਬਾਂਬ ਰੋੜ ਕੇ ਲਏ, ਜਾਂ ਕੋਈ ਉਹਨਾਂ ਦੇ ਕਾਰੋਬਾਰ ਦੇ ਵਿੱਚ ਸਰਕਾਰੀ ਤੌਰ ਤੇ ਉਹਨਾਂ ਨੂੰ ਅਲਾਓ ਕਰਤਾ ਕਿ ਤੁਸੀਂ ਆਹ ਕੰਮ ਕਰੋ, ਜਾਂ ਕੰਮ ਅਲਾਟ ਕਰਤਾ। ਉਦੋਂ ਇਲਾਵਾ ਇਹਦੇ ਚ ਜਿਹੜਾ ਹੈ ਕਿ ਸਰਕਾਰੀ ਅਦਾਰਿਆਂ ਰਾਹੀਂ, ਫਾਈਨੈਂਸ ਮਿਨਿਸਟਰਾਂ ਰਾਹੀਂ ਜਾਂ ਪ੍ਰਧਾਨ ਮੰਤਰੀ ਰਾਹੀਂ ਕਹਿ ਕੇ ਮੋਟੇ ਲੋਨ ਦਿਵਾਉਣੇ। ਇਹ ਡੁੱਬੂਗੇ ਤਾਂ ਹੀ ਦੇਸ਼ ਤਾਂ ਹੀ ਡੁੱਬੂਗਾ ਨਾ, ਜੇ ਮਿਹਨਤ ਕਰਕੇ ਡੁੱਬਣਗੇ ਤੇ ਨਹੀਂ ਤੇ ਡੁੱਬਦਾ ਨਹੀਂ। ਇਹ ਸਾਡਾ ਸਿਸਟਮ ਠੀਕ ਸੀਗਾ, ਪਰ ਉਹਨੂੰ ਆਪਣੇ ਕਬਜ਼ੇ 'ਚ ਇਹਨਾਂ ਲਿਆ ਆ। ਉਹਨਾਂ ਰਾਹੀਂ ਫੰਡ ਦਿਵਾਉਣੇ। ਤੇ ਤੁਹਾਡੇ ਸਾਹਮਣੇ ਤੇ ਆਇਆ ਆਰਬੀਆਈ ਦੀ ਬਾਂਹ ਮਰੋੜ ਕੇ ਕਿਵੇਂ, ਜਿਹੜੇ ਉਹਨਾਂ ਕੋਲ ਮਾਰਜਨ ਹੁੰਦਾ ਸੀ, ਰਿਜ਼ਰਵ ਬੈਂਕ ਆਫ ਇੰਡੀਆ, ਜਿਹਨੂੰ ਕਿ ਹਰ ਬੈਂਕ ਜਵਾਬਦੇਹ ਹੈਗੀ ਹੈ ਦੇਸ਼ ਦੀ, ਉਸਨੇ ਉਹਨੂੰ ਰੈਗੂਲੇਟ ਕਰਦੀ ਹੁੰਦੀ ਹੈ। ਉਸ ਨੂੰ ਹੀ ਜਦ ਉਹਨਾਂ ਨੇ ਹੱਥ ਪਾ ਲਿਆ ਤੇ ਪੈਸਾ ਕਿੰਨਾ ਕਢਾਇਆ ਸੀਗਾ ਪ੍ਰਧਾਨ ਮੰਤਰੀ ਉਹਨਾਂ ਨੇ, ਤੇ ਉਹਨਾਂ ਦੀ ਕਿੰਨੀ ਕੁ ਚੱਲਦੀ ਹੋਊਗੀ ਇਸ ਵੇਲੇ ਸਰਕਾਰ ਦੇ ਵਿਰੋਧ ਵਿੱਚ ਕਿ ਸਾਨੂੰ ਆਪਣੇ ਤੌਰ ਤੇ ਫਾਈਨੈਂਸਿਸ ਨੂੰ, ਇਹਨਾਂ ਨੂੰ ਹੈ ਜਿਹੜੀਆਂ ਫਿਸਕਲ ਮੈਟਰ ਹੈ, ਜਿਹੜੇ ਮਾਨੀਟਰੀ ਮੈਟਰ ਹੈ, ਇਹਨਾਂ ਨੂੰ ਹੈਂਡਲ ਕਰ ਦਿਓ। ਉਹ ਨਹੀਂ ਹੋਣ ਦਿੱਤੇ ਜਾਂਦੇ। ਪੈਸਾ ਵੱਡੇ ਪੱਧਰ ਤੇ ਫੰਡਿੰਗ ਕੀਤੀ ਜਾਂਦੀ ਆ ਸਰਕਾਰੀ ਬੈਂਕਾਂ ਤੋਂ, ਔਰ ਫਿਰ ਉਹਨਾਂ ਨੂੰ ਐਨਪੀਏ ਡਿਕਲੇਅਰ ਕਿ ਇਹ ਨਾਨ ਪਰਫਾਰਮੈਂਸ ਐਸੈਟ ਹੋ ਗਏ, ਤੇ ਵਿੱਚੋਂ ਕਿਹਨੇ ਕਿੰਨਾ ਬੌਂਡ ਖਰੀਦ ਲਿਆ। ਮੈਂ ਕਹਿੰਦਾ ਇਹ ਸਾਰੀ ਗੱਲ ਜਦੋਂ ਹੋ ਜਵੇ, ਇਹ ਸਾਰੀਆਂ ਗੱਲਾਂ ਦੀ ਕੰਪਰੀਹੈਂਸਿਵ ਸੁਪਰੀਮ ਕੋਰਟ ਦੀ ਮੋਨੀਟਰਡ ਐਸਆਈਟੀ ਬਣਨੀ ਚਾਹੀਦੀ ਆ ਕਿ ਅਸਲ 'ਚ ਜਿਹੜੀ ਕਰਪਸ਼ਨ ਸਿਸਟਮ ਹੀ ਟੋਟਲ ਹਾਈਜੈਕ ਕਰ ਲਿਆ ਜਿਨ੍ਹਾਂ ਨੇ, ਉਹ ਸਾਹਮਣੇ ਰਿਪੋਰਟ ਆਉਣੀ ਚਾਹੀਦੀ ਹੈ। ਜੇ ਅੱਜ ਦੀ ਡੇਟ ਦੇ ਵਿੱਚ ਹੁਣ ਸਖਤੀ ਸੁਪਰੀਮ ਕੋਰਟ ਨੇ ਵਰਤ ਕੇ ਇਹੋ ਜਿਹੀ ਐਸਆਈਟੀ ਨਾ ਬਣਾਈ, ਜਾਣੀਏ ਜਦੋਂ ਐਡਾ ਵੱਡਾ ਤੁਹਾਨੂੰ ਘਪਲਾ ਨਜ਼ਰ ਆ ਰਿਹਾ, ਇੰਨੀ ਵੱਡੀ ਕਰਪਸ਼ਨ ਨਜ਼ਰ ਆ ਰਹੀ ਹੈ, ਜੇ ਇਸ ਨੂੰ ਹੁਣੇ ਨੱਥ ਨਹੀਂ ਪਾਓਗੇ ਤੇ ਕੱਲ ਨੂੰ ਤੇ ਸਾਰੇ ਫੈਲ ਜਾਊਗੀ, ਫਿਰ ਤੇ ਉਹਨਾਂ ਦਾ ਕਬਜ਼ਾ ਹੋ ਹੀ ਜਾਊ। ਫਿਰ ਭਾਵੇਂ ਉਹ ਰੂਸ ਦੇ ਵਿੱਚ ਪੂਤਨ ਦਾ ਬਾਰ-ਬਾਰ ਆਉਣਾ, ਜਾਂ ਚੀਨ ਦੇ ਵਿੱਚ ਆਪਣੀ ਪਾਰਟੀ ਵੱਲੋਂ ਆਪਣੇ ਲੀਡਰ ਦਾ ਬਾਰ-ਬਾਰ ਆ ਜਾਣਾ, ਜਿਸ ਤਰ੍ਹਾਂ ਸ਼ੀ ਜਿਨਪਿੰਗ ਸਾਹਿਬ ਜੀ ਆਏ ਹੋਏ ਆ, ਸਾਡਾ ਤੇ ਉਹਨਾਂ ਦੀ ਡੈਮੋਕ੍ਰੇਸੀ ਦਾ ਕੋਈ ਬਹੁਤਾ ਫਰਕ ਨਹੀਂ ਰਹੂਗਾ। ਇਹ ਬਾਕੀ ਵੈਸਟ ਨੂੰ ਵੀ ਇਸ ਦੇ ਬਾਰੇ ਸੋਚ ਲੈਣਾ ਚਾਹੀਦਾ। ਬਿਲਕੁਲ, ਕਿਉਂਕਿ ਇਹਨੂੰ ਕਿਹਾ ਜਾਂਦਾ ਹੈ ਕਿ ਇੱਕ ਸੈਂਟਰ ਦਾ ਨੈਕਸਸ ਬਣ ਚੁੱਕਾ ਹੈ, ਜਿਹਦੇ ਵਿੱਚ ਆਈਟੀ ਦਾ, ਈਡੀ ਦਾ, ਸੀਬੀਆਈ ਦਾ ਇਸਤੇਮਾਲ ਹੁੰਦਾ ਹੈ, ਔਰ ਇਹ ਸਾਰੇ ਫੰਡਸ ਲਿੱਤੇ ਜਾਂਦੇ ਨੇ ਜਿਹੜੀਆਂ ਕੰਪਨੀਆਂ ਦੇ ਉੱਤੇ ਰੇਡਸ ਹੁੰਦੇ ਨੇ, ਔਰ ਜਦੋਂ ਉਹ ਫੰਡਸ ਦੇ ਦਿੰਦੀਆਂ ਨੇ, ਇਲੈਕਟੋਰਲ ਬੌਂਡਸ ਦੇ ਵਿੱਚ ਇਨਵੈਸਟ ਕਰ ਦਿੰਦੀਆਂ ਨੇ, ਉਦੋਂ ਰੇਡਸ ਰੁਕ ਜਾਂਦੇ ਨੇ। ਔਰ ਇਸ ਨੂੰ ਕਿਹਾ ਜਾਂਦਾ ਹੈ ਕਿ ਇਹ ਜ਼ਬਰਦਸਤੀ ਤੁਸੀਂ ਪੈਸਾ ਲੈ ਰਹੇ ਹੋ ਇਹਨਾਂ ਸਾਰੀਆਂ ਕੰਪਨੀਆਂ ਤੋਂ। ਔਰ ਨਾਲ ਇਹਦੇ ਜੁੜਦਾ ਹੈ ਪ੍ਰਾਈਮ ਮਿਨਿਸਟਰ ਕੇਅਰ ਫੰਡ, ਔਰ ਇਸ ਨੂੰ ਟੋਟਲ ਕੰਬਾਈਨ ਕਰਕੇ ਦੇਖਿਆ ਜਾਵੇ ਤੇ ਪੋਲੀਟੀਕਲ ਐਨਾਲਿਸਿਸਟ ਇਹਨੂੰ ਕਹਿੰਦੇ ਨੇ ਕਿ ਸਿਸਟਮਾਈਜ਼ਡ ਕਰਪਸ਼ਨ ਸਿਸਟਮ, ਕਿ ਇਲੈਕਟੋਰਲ ਬੌਂਡਸ ਦਾ ਕੁਝ ਪੈਸਾ ਜਿਹੜਾ ਹੈ ਪੀਐਮ ਕੇਅਰ ਫੰਡ ਦੇ ਵਿੱਚ ਵੀ ਚਲਾ ਜਾਂਦਾ ਹੈ, ਔਰ ਪੀਐਮ ਕੇਅਰ ਫੰਡ ਦੇ ਵਿੱਚ ਕਈਆਂ ਨੇ ਪੈਸਾ ਲਗਾਇਆ ਇਹ ਸੋਚ ਕੇ ਕਿ ਇਹ ਸਰਕਾਰੀ ਪੀਐਮ ਕੇਅਰ ਫੰਡ ਹੈ, ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਇਹ ਸਰਕਾਰੀ ਪੀਐਮ ਕੇਅਰ ਫੰਡ ਨਹੀਂ ਹੈ, ਔਰ ਉਹਦਾ ਕੋਈ ਆਡਿਟ ਨਹੀਂ ਹੈ, ਔਰ ਉਹਦੇ ਬਾਰੇ ਕਿੱਦਾਂ ਪੈਸਾ ਕਿੱਥੇ ਗਿਆ, ਕਿੱਥੇ ਖਰਚ ਹੋਇਆ, ਕਿੱਥੇ ਖਰਚ ਨਹੀਂ ਹੋਇਆ, ਕੋਈ ਡਿਟੇਲਸ ਅਵੇਲੇਬਲ ਨਹੀਂ ਹੈ। ਸੋ ਇਹ ਕੰਬਾਈਨ ਕਰਕੇ ਜੇ ਅਸੀਂ ਦੇਖੀਏ, ਇਹ ਦੋ ਇਸ਼ੂਜ਼ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਨੇ ਜੋ ਬੀਜੇਪੀ ਨੂੰ ਭਾਰੀ ਪੈ ਸਕਦੇ ਨੇ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ। ਪੀਐਮ ਕੇਅਰ ਫੰਡ ਐਂਡ ਇਲੈਕਟੋਰਲ ਬੌਂਡਸ ਦਾ ਕੰਬੀਨੇਸ਼ਨ। ਮਨਜੀਤ ਜੀ, ਦੇਖੋ ਇਹ ਚਰਚਾ ਤੇ ਕਾਫੀ ਆ, ਪਰ ਡਿਪੈਂਡ ਕਰਦਾ ਕਿ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਕਿੰਨਾ ਕੁ ਲੋਕਾਂ ਤੱਕ ਲਿਜਾ ਪਾਉਂਦੀਆਂ, ਤੇ ਦੂਜਾ ਲੋਕ ਇਸ ਗੱਲ ਨੂੰ ਕਿੰਨਾ ਕੁ ਇਸ ਗੱਲਾਂ ਤੋਂ ਪ੍ਰਭਾਵਿਤ ਹੁੰਦੇ। ਮੈਨੂੰ ਐਵੇਂ ਲੱਗਦਾ ਕਿ ਸਾਡੇ ਜਿਹੜੇ ਵੋਟਰ ਆ, ਜਦੋਂ ਅਸੀਂ ਕਹਿੰਦੇ ਆ ਡੈਮੋਕ੍ਰੇਸੀ ਨੂੰ ਖਤਰਾ, ਸੰਵਿਧਾਨ ਨੂੰ ਖਤਰਾ, ਉਹਨਾਂ ਨੂੰ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ 90% ਵੋਟਰਾਂ ਨੂੰ ਇਹ ਗੱਲ ਵੀ ਸਮਝ ਪੈਂਦੀ ਹੈ। ਇਹ ਹਾਲਾਤ ਆ ਧਰਾਤਲ ਦੇ, ਮੰਨ ਕੇ ਚੱਲੋ। ਜਦੋਂ ਵੱਡੀ ਗਿਣਤੀ 'ਚ ਸਾਡੇ ਆਰਡੀਨਰੀ ਵੋਟਰ ਨੂੰ ਇਹ ਹੀ ਨਹੀਂ ਪਤਾ, ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪ੍ਰਧਾਨ ਮੰਤਰੀ ਕੀ ਚੀਜ਼ ਹੁੰਦੀ ਹੈ, ਜਾਂ ਵਿੱਤ ਮੰਤਰੀ ਕੀ ਚੀਜ਼ ਹੁੰਦਾ ਆ, ਜਾਂ ਚੀਫ ਮਿਨਿਸਟਰ ਦਾ ਕੀ ਅਹੁਦਾ ਹੁੰਦਾ। ਮੈਂ ਤੁਹਾਨੂੰ ਕਿੰਨਿਆਂ ਆਪਣੇ ਨਿੱਜੀ ਅਨੁਭਵ 'ਚੋਂ ਤੁਹਾਨੂੰ ਦੱਸ ਰਿਹਾ ਕਿ ਸਾਡੀ ਅਜੇ ਬਹੁਤ ਹੀ ਅਨਪੜ੍ਹਤਾ, ਪਛੜਾਪਣ ਆ। ਵੋਟਾਂ ਜ਼ਰੂਰ ਲੈ ਲੈਂਦੇ ਆ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਰੌਲਾ ਰੱਪਾ ਕੁਝ ਖਰੀਦ ਲੀਆਂ, ਕੁਝ ਪਵਾ ਲੀਆਂ, ਕੁਝ ਲਾਕੜੀ ਚੌਧਰੀ, ਉਹ ਵੋਟਾਂ ਵਾਟਾਂ ਪੈ ਜਾਂਦੀਆਂ ਬਕਸਿਆਂ 'ਚ। ਪਰ ਉਦੋਂ ਇਲਾਵਾ ਸੱਚੀ ਮੁੱਚੀ ਉਹ ਚੀਜ਼ਾਂ ਨੂੰ ਵੀ ਸਾਡਾ ਵੋਟਰ ਸਮਝੇ ਜਿਹੜੀਆਂ ਬਹੁਤ ਅਹਿਮ ਹੈ। ਜਿਸ ਤਰ੍ਹਾਂ ਹੁਣ ਤੁਸੀਂ ਇਲੈਕਟੋਰਲ ਬਾਉਂਡ ਦੀ ਗੱਲ ਕਰ ਰਹੇ ਆ, ਤਾਂ ਇਹ ਮੈਨੂੰ ਉਹਦੇ ਤੇ ਸ਼ੱਕ ਹੈਗਾ ਆ ਕਿ ਉਹਨਾਂ ਨੂੰ ਨਹੀਂ ਸਮਝ ਪੈਂਦੀ, ਪੜ੍ਹੇ ਲਿਖੇ ਬੰਦਿਆਂ ਨੂੰ ਨਹੀਂ ਸਮਝ ਪੈਂਦੀ ਕਿ ਹੋ ਕੀ ਰਿਹਾ।
ਤੇ ਆਰਡੀਨਰੀ ਪਿੰਡੂ ਜਿਹੜਾ ਪਿੰਡ ਦਾ ਰਿਮੋਟ ਕਿਤੇ ਜੰਗਲ 'ਚ ਬੈਠਾ ਵੋਟਰ ਆ, ਆਦੀਵਾਸੀ ਆ, ਉਹਨੂੰ ਕਿੱਥੇ ਪੈਣੀ ਆ? ਇਹਨਾਂ ਕਹਿ ਸਕਦੇ ਮੋਟੇ ਤੌਰ ਤੇ ਵੀ ਖਾ ਗਏ ਖਾ ਗਏ ਖਾ ਗਏ ਖਾ ਗਏ। ਜਿਹੜਾ ਡਿਸਾਈਡਿੰਗ ਫੈਕਟਰ ਹੋਣਗੇ ਉਹ ਜ਼ਿਆਦਾਤਰ ਕਿ ਕਿਹੜੀ ਪਾਰਟੀ ਜਿਹੜੀ ਲੋਕਾਂ ਦੀ ਜਿਹੜੀ ਦੁੱਖ ਦੀ ਨਬਜ਼ ਆ, ਦੁੱਖ ਦੀ ਰਗ ਆ, ਉਹਦੇ ਤੇ ਹੱਥ ਰੱਖ ਕੇ ਗੱਲ ਕਰੂਗੀ। ਤੇ ਮੈਨੂੰ ਲੱਗਦਾ ਇਸ ਵੇਲੇ INDA ਇਨ ਜਨਰਲ, ਖਾਸ ਕਰਕੇ ਰਾਹੁਲ ਗਾਂਧੀ, ਜਿਹੜੀ ਮੈਂ ਕਾਂਗਰਸ ਦੀ ਨਹੀਂ ਗੱਲ ਕਰ, ਰਾਹੁਲ ਗਾਂਧੀ ਜੋ ਬੀਨ ਵਜਾ ਰਹੇ ਆ, ਜੋ ਸੁਰ ਚੁੱਕ ਰਹੇ ਆ, ਉਹਦੇ 'ਚ ਕਾਫੀ ਦਮਖਮ ਹੈਗਾ। ਉਹ ਔਰਤਾਂ ਲਈ, ਆਦੀਵਾਸੀਆਂ ਲਈ, ਦਲਿਤਾਂ ਲਈ, ਇਹਨਾਂ ਲਈ ਸਾਰਾ, ਨੌਜਵਾਨਾਂ ਲਈ, ਬੇਰੁਜ਼ਗਾਰੀ ਦੇ ਮੁੱਦਿਆਂ ਤੇ ਉਹ 20-25 ਗਰੰਟੀਆਂ ਦੀ ਗੱਲ ਕਰਦੇ ਆ। 5-5 ਦਾ ਉਹਨਾਂ ਨੇ ਇੱਕ ਸੈੱਟ ਜਿਹਾ ਬਣਾਇਆ, ਔਰ ਉਹਦੇ 'ਚ ਮੈਨੂੰ ਲੱਗਦਾ ਕਿ ਸ਼ਾਇਦ ਉਹ ਲੋਕਾਂ ਦੇ ਸਿੱਧੇ ਡਾਇਰੈਕਟਲੀ ਇਸ਼ੂਜ਼ ਨੂੰ ਐਡਰੈਸ ਕਰਦੇ ਆ, ਔਰ ਉਹਦੇ 'ਚ ਉਹਨਾਂ ਨੂੰ ਫਾਇਦਾ ਵੀ ਨਜ਼ਰ ਆਵੇ ਤੇ ਵੋਟਾਂ ਸਵੇ ਹੋ ਸਕਦੀਆਂ। ਬਾਕੀ ਗੱਲ ਹੁੰਦਾ ਕਿ ਲੀਡਰਸ਼ਿਪ ਦੀ ਕ੍ਰੈਡੀਬਿਲਿਟੀ, ਭਰੋਸੇ ਯੋਗਤਾ ਕਿੰਨੀ ਆ ਉਹਨਾਂ ਦੇ ਵਿੱਚ, ਔਰ ਉਹਨਾਂ ਨੂੰ ਕਿੰਨੀ ਕੁ ਉਮੀਦ ਬਣਾ ਦਿੰਦੇ ਆ ਕਿ ਅਸੀਂ ਵੀ ਮੋਦੀ ਨੂੰ ਉਲਟਾ ਸਕਦੇ ਆ। ਇੱਕ ਗੱਲ ਸਾਫ਼ ਹੈ ਕਿ ਮੋਦੀ ਜੀ ਜਿਵੇਂ ਕੇਕ ਵਾਕ ਸਮਝਦੇ ਸੀਗੇ, ਅਸੀਂ ਅਯੁੱਧਿਆ ਤੋਂ ਬਾਅਦ ਰਾਮ ਮੰਦਿਰ ਬਣਾਤਾ ਤੇ ਹੁਣ ਤੇ ਸਾਰੇ ਹੀ ਰਾਮ ਭਗਤ, ਸਾਡੇ ਦੇਸ਼ ਸਾਰਾ ਰਾਮ ਭਗਤਾਂ ਦਾ ਹੈ, ਸਾਰੀ ਹਿੰਦੂ ਬੈਲਟ ਸਾਨੂੰ ਜੈ ਜੈਕਾਰ ਵੀ ਕਰੂਗੀ ਤੇ ਵੋਟਾਂ ਦੇ ਨਾਲ ਪ੍ਰਸ਼ਾਦ ਵੀ ਦਊਗੀ, ਉਹ ਫੁੱਲ ਵੀ ਚੜਾਊਗੀ। ਉਹ ਗੱਲ ਸਿਰੇ ਚੜ੍ਹਦੀ ਲੱਗਦੀ ਨਹੀਂ ਹੈਗੀ, ਕਿਉਂਕਿ ਧਰਮ ਦਾ ਮਾਮਲਾ ਅਲੱਗ ਹੈ। ਧਰਮ ਨੂੰ ਇਸਤੇਮਾਲ ਤੇ ਕਰ ਸਕਦੇ ਹੋ ਤੁਸੀਂ, ਕਿੰਨਾ ਕੁ ਕਰ ਸਕਦੇ ਹੋ ਗੱਲ ਅਲੱਗ ਹੈਗੀ, ਪਰ ਸਿੱਧਾ ਕਨੈਕਸ਼ਨ ਬਿਠਾਉਣਾ ਉਹ ਨਹੀਂ ਬੈਠਾ। ਇਸ ਲਈ ਉਹ ਚਿੰਤਤ ਜ਼ਰੂਰ ਹੈਗੇ, ਔਰ ਚਿੰਤਤ ਕੱਲਾ ਇਸ ਕਰਕੇ ਨਹੀਂ ਹੈ ਸੰਜੀਵ ਜੀ, ਉਹ ਇਸ ਕਰਕੇ ਵੀ ਆ ਕਿ ਆਪਣੇ ਹੀ ਬੰਦਿਆਂ ਨੂੰ ਬਥੇਰਾ ਖੁੱਡੇ ਲਾ ਰਹੇ ਆ, ਆਪਣੇ ਸੱਤਾ ਨੂੰ ਟੋਟਲ ਕੇਂਦਰ, ਇਹ ਨਹੀਂ ਕਿ ਵਿਰੋਧੀ ਪਾਰਟੀਆਂ ਨੂੰ ਲਾ ਰਿਹਾ, ਆਪਣੇ ਬੰਦਿਆਂ ਨੂੰ ਵੀ। ਅੱਜ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਬਦਲ ਦਿੱਤੇ, ਸ਼ਿਵਰਾਜ ਚੌਹਾਨ ਬਦਲ ਦਿੱਤਾ, ਹੋਰ ਰਾਜਸਥਾਨ 'ਚ ਹਾਂਜੀ। ਇਸ ਕਰਕੇ ਇਹ ਵੀ ਚੋਣਾਂ ਦੇ ਵਿੱਚ ਜਿਹੜੇ ਅੰਦਰੋਂ ਅੰਦਰੀ ਰੋਸ ਹੋਊਗਾ, ਜਾਂ ਜਿਹੜਾ ਕੋਈ ਨਵਾਂ ਮੋਦੀ ਜੀ ਦੀ ਜਗ੍ਹਾ ਅੰਦਰੋਂ ਆਉਣਾ ਚਾਹੁੰਦਾ ਹੋਊਗਾ, ਉਹ ਵੀ ਤੇ ਆਪਣੀ ਤਿਗੜਮ ਕਰੂਗਾ। ਇਸ ਲਈ ਜਿਹੜਾ ਇਹ ਕਹਿ ਪਾਉਣਾ ਕਿ ਕੌਣ ਕੀ ਕਿੱਧਰ ਨੂੰ ਜਾਊਗਾ, ਅੰਦਰੂਨੀ ਜਿਹੜੀ ਮਧਾਣੀ ਰਿੜਕਣ ਵਾਲੀ ਕਿੱਧਰ ਨੂੰ ਚੱਲਦੀ ਹੈ, ਪੁੱਠੀ ਚੱਲਦੀ ਕਿ ਸਿੱਧੀ ਚੱਲਦੀ ਹੈ, ਇੱਕ ਦੇ ਪਾਰਟੀਆਂ ਦੇ ਅੰਦਰੂਨੀ ਉਹ ਬਹੁਤ ਹੁੰਦਾ, ਹਰ ਪਾਰਟੀ ਦੇ ਅੰਦਰ ਹੁੰਦਾ, ਪਰ ਰੂਲਿੰਗ ਦੇ ਵਿੱਚ ਸਟੇਕਸ ਜ਼ਿਆਦਾ ਹੁੰਦੀ ਹੈ। ਤੇ ਇਸੇ ਤਰੀਕੇ ਨਾਲ ਬਾਕੀ ਸਾਰੇ ਕੰਬੀਨੇਸ਼ਨ ਕਿਹੋ ਜਿਹੇ ਬਣਦੇ ਆ, ਇਹ ਵੇਖਣ ਵਾਲੀ ਗੱਲ ਹੋਊਗੀ। ਪਰ ਮੈਂ ਤੁਹਾਡੀ ਗੱਲ ਦਾ ਫਿਰ ਇੱਕ ਵਾਰੀ ਕਹਿਦਾ, ਜਿਹੜੇ ਵੱਡੇ ਇਸ਼ੂਜ਼ ਜਿਹੜੇ ਐਲੀਟ ਲਈ 8-10% ਲਈ ਬਹੁਤ ਅਹਿਮ ਹੁੰਦੇ ਆ, ਤੇ ਸਾਰਿਆਂ ਲਈ ਅਹਿਮ ਹੁੰਦੇ ਆ, ਪਰ ਉਹਦੀ ਮਹੱਤਤਾ ਉਸ ਪੱਧਰ ਦੇ ਉੱਤੇ ਆਮ ਵੋਟਰ ਕਈ ਵਾਰੀ ਨਹੀਂ ਸਮਝ ਪਾਉਂਦਾ। ਉੱਥੇ ਮੁੱਦੇ ਹੋਰ ਕਿਸਮ ਦੇ ਹੋਣਗੇ। ਜੀ ਮਨਜੀਤ ਜੀ, ਨਿਤਿਨ ਗਡਕਰੀ ਜੀ ਦੀ ਗੱਲ ਕਰੀਏ ਤੇ ਜਦੋਂ ਦੀ ਉਹਨਾਂ ਨੂੰ ਟਿਕਟ ਮਿਲੀ ਹੈ, ਉਹਨਾਂ ਦੇ ਡਿਪਾਰਟਮੈਂਟ ਵਿੱਚ ਵੀ ਕਈ ਘੁਟਾਲੇ ਸਾਹਮਣੇ ਆਉਣ ਦੀ ਗੱਲ ਹੋ ਰਹੀ ਹੈ। ਸ਼ਾਇਦ ਉਹਨਾਂ ਦੀ ਇਮੇਜ ਦੇ ਉੱਤੇ ਵੀ ਕੋਈ ਨਾ ਕੋਈ ਕੁਐਸਚਨ ਮਾਰਕ ਲੱਗ ਜਾਵੇ, ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਖੈਰ, ਮੇਜਰ ਇਸ਼ੂਜ਼ ਤਾਂ ਇਹੀ ਰਹੇ ਇਸ ਵਾਰ ਇਲੈਕਸ਼ਨਸ ਦੇ ਵਿੱਚ। ਇੱਕ ਤੇ ਰਾਮ ਮੰਦਿਰ ਪੋਲਿਟਿਕਸ ਹੈ, ਰੀਜਨਲ ਅਲਾਇੰਸਿਸ ਜਿਹੜੀਆਂ ਹੋ ਰਹੀਆਂ ਨੇ, ਕਿਉਂਕਿ ਕਹਿੰਦੇ ਨੇ ਕਿ ਜੋ BJP ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਜੋ ਗਲਤੀਆਂ ਕੀਤੀਆਂ ਅਸੀਂ ਉਹ ਨਹੀਂ ਕਰਾਂਗੇ, ਅਸੀਂ ਬਾਕੀ ਜਿਹੜੀਆਂ ਲੋਕਲ ਪਾਰਟੀਆਂ ਨੇ ਉਹਨਾਂ ਨਾਲ ਅਲਾਇੰਸ ਕਰਾਂਗੇ। ਤੇ ਅਸੀਂ ਇਹ ਵੀ ਦੇਖਦੇ ਹਾਂ ਕਿਤੇ ਨਾ ਕਿਤੇ ਪਾਰਟੀਆਂ ਨੂੰ ਤੋੜ ਕੇ, ਕੁਝ ਹਾਰਸ ਟ੍ਰੇਡਿੰਗ ਕਰਕੇ, ਸਰਕਾਰਾਂ ਗਿਰਾ ਕੇ ਆਪਣੀ ਸਰਕਾਰ ਕਾਇਮ ਕਰਨਾ, ਆਪਣੇ ਵੱਲ ਬੰਦੇ ਲੈ ਕੇ ਆਉਣਾ, ਤਮਾਮ ਤਰ੍ਹਾਂ ਦੀਆਂ ਗਤੀਵਿਧੀਆਂ ਚੱਲਦੀਆਂ ਪਈਆਂ ਨੇ। ਮੋਦੀ ਇਕਨੋਮਿਕਸ ਦੀ ਗੱਲ ਹੋ ਰਹੀ ਹੈ ਕਿ 5ਵੀਂ ਲਾਰਜੈਸਟ ਇਕੋਨਮੀ ਬਣ ਚੁੱਕੀ ਹੈ ਦੁਨੀਆ ਦੀ, ਭਾਰਤ ਦੀ ਇਕੋਨਮੀ, ਤੇ ਹੁਣ ਤੀਸਰੀ ਬਣਾਉਣੀ ਹੈ ਤੀਸਰੇ ਟਰਮ ਦੇ ਵਿੱਚ, ਜੋ ਹੈਟ੍ਰਿਕ ਲਗਾਉਣਾ ਚਾਹੁੰਦੀ ਹੈ BJP। ਫਿਰ CAA ਦੀ ਇੰਪਲੀਕੇਸ਼ਨਸ ਦੀ ਆਪਾਂ ਗੱਲ ਕਰ ਸਕਦੇ ਹਾਂ। ਆਪਾਂ ਗਲੋਬਲ ਇਮੇਜ, ਜੋ ਵਿਸ਼ਵ ਗੁਰੂ ਦੀ ਗੱਲ ਹੋ ਰਹੀ ਹੈ, ਉਹ ਗੱਲ ਬਣਦੀ ਪਈ ਹੈ। ਅਨਇੰਪਲੋਇਮੈਂਟ ਦਾ ਇਸ਼ੂ ਦਾ ਸ਼ੁਰੂ ਤੋਂ ਹੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ, ਸੈਂਟਰ ਦੇ ਵਿੱਚ ਸਟੇਬਿਲਿਟੀ ਦੀ ਗੱਲ ਹੋ ਰਹੀ ਹੈ, ਔਰ ਨਾਲ ਗੱਲ ਹੋ ਰਹੀ ਹੈ ਮਾਈਨੋਰਿਟੀਜ਼ ਦੀ, ਸੰਵਿਧਾਨ ਕਿੱਥੇ ਖੜਾ ਹੋਏਗਾ। ਔਰ ਇਹ ਵੀ ਗੱਲ ਹੋਈ ਸੀ ਕਿ ਜੇ 400+ ਸੀਟਾਂ ਚਾਹੀਦੀਆਂ ਨੇ, ਕਿਤੇ ਉਹਦੇ ਪਿੱਛੇ ਮਨਸ਼ਾ ਸੰਵਿਧਾਨ ਦੇ ਵਿੱਚ ਕੋਈ ਮੇਜਰ ਚੇਂਜਸ ਕਰਨ ਦੀ ਤਾਂ ਨਹੀਂ ਹੈ। ਤਾਂ ਫਿਰ ਇੱਕ ਗਿਆਨ ਵਾਪੀ ਥਾਂ ਹੈ, ਜੋ ਮਸਜਿਦ ਵੀ ਹੈ, ਮੰਦਿਰ ਵੀ ਹੈ, ਉੱਥੇ ਪੂਜਾ ਦੀ ਗੱਲ ਹੋਈ ਹੈ। JNK ਦਾ ਜੋ ਆਰਟੀਕਲ 370 ਹੈ, ਉਹਦੀ ਗੱਲ ਹੋ ਰਹੀ ਹੈ। ਸੋ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ, ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਇਲੈਕਸ਼ਨਸ ਦੀਆਂ ਡੇਟਸ ਮਿਲੀਆਂ ਨੇ, ਅਪ੍ਰੈਲ 19 ਤੋਂ ਲੈ ਕੇ ਜੂਨ ਦੇ ਪਹਿਲੇ ਹਫਤੇ ਤੱਕ ਜਾਣਾ ਹੈ, ਔਰ 4 ਜੂਨ ਨੂੰ ਰਿਜ਼ਲਟ ਘੋਸ਼ਿਤ ਹੋਣਾ ਹੈ। ਇਹ ਡੇਟਸ ਵੀ ਇਲੈਕਸ਼ਨ ਕਮਿਸ਼ਨ ਨੇ BJP ਦੀ ਸਹੂਲੀਅਤ ਦੇ ਮੁਤਾਬਿਕ ਬਣਾਈਆਂ ਨੇ, ਸਾਰੀ ਸਟ੍ਰੈਟਜੀ ਬਣਾਈ ਹੈ, ਔਰ ਇਲੈਕਸ਼ਨ ਕਮਿਸ਼ਨ ਵੀ BJP ਯਾਨੀ ਕਿ ਰੂਲਿੰਗ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਮਨਜੀਤ ਜੀ, ਤੁਹਾਡਾ ਵਿਸ਼ਲੇਸ਼ਣ ਕੀ ਕਹਿੰਦਾ ਹੈ? ਹਿਸਾਬ ਲਾ ਲਓ, ਜਾਣੀ ਇਹ ਕਿਹੋ ਜਿਹੇ ਬੰਦੇ ਸੱਤਾ ਨੂੰ ਚੰਬੜੇ ਐ। ਪੱਛਮੀ ਬੰਗਾਲ ਦੀ ਚੋਣ ਦੇ ਵਿੱਚ, ਜਿਹੜੀ ਸਟੇਟ ਦੀ ਚੋਣ ਹੋਣੀ ਸੀਗੀ, ਅਸੀਂ ਵੀ ਉਦੋਂ ਕਿਸਾਨਾਂ ਵੱਲੋਂ ਉੱਥੇ ਗਏ ਸੀ, ਪਿਛਲੀ ਵਾਰ ਦੀ ਗੱਲ ਆ।
ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਮਿਲ ਕੇ 52 ਰੈਲੀਆਂ ਕੀਤੀਆਂ। ਪ੍ਰਧਾਨ ਮੰਤਰੀ ਨੂੰ ਕੰਮ ਹੀ ਕੋਈ ਨਹੀਂ ਸਿਵਾਏ ਰਾਜਨੀਤਿਕ ਪ੍ਰਚਾਰ ਤੋਂ ਤੇ ਸੱਤਾ ਦਾ ਆਨੰਦ ਮਾਣਨਾ। ਬਾਕੀ ਕੰਮ ਦਾ ਵਿਜ਼ਨ ਦਾ ਉਹ ਤੇ ਗੱਲਾਂ ਬਾਤਾਂ ਆ ਕਿ ਅਸੀਂ ਜੀ $5 ਟ੍ਰਿਲੀਅਨ ਤੇ ਅਸੀਂ 5ਵੀਂ ਵੱਡੀ ਇਕਨੋਮੀ ਫਲਾਨਾ ਟਮਕਾਣਾ। ਇਕਨੋਮੀ ਨੂੰ ਤੇ ਘੁਣ ਵਾਂਗੂ ਖਾਈ ਤੁਰੇ ਜਾਂਦੇ ਆ, ਲੁੱਟੀ ਤੁਰੇ ਜਾਂਦੇ ਆ। ਆਮ ਬੰਦਾ ਤੇ ਸੜਕਾਂ ਤੇ ਫਿਰਦਾ ਹਾਹਾਕਾਰ ਮੱਚੀ ਹੋਈ ਆ, ਕਿਤੇ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਪੱਕੀਆਂ ਜਿਹੜੀਆਂ ਪਬਲਿਕ ਸੈਕਟਰ ਸੀ ਉਹਨੂੰ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਹੱਥਾਂ 'ਚ ਫੜਾਇਆ ਜਾ ਰਿਹਾ ਤੇ ਸਾਰਾ ਕੁਝ ਧਰੂਵੀਕਰਨ ਹੋ ਰਿਹਾ। ਜਿਵੇਂ ਸੱਤਾ ਦਾ ਧਰੂਵੀਕਰਨ ਹੋ ਰਿਹਾ, ਉਵੇਂ ਧਰਮਾਂ ਦਾ ਧਰੂਵੀਕਰਨ, ਧਰਮਾਂ ਦੇ ਆਧਾਰ ਤੇ ਧਰੂਵੀਕਰਨ ਹੋ ਰਿਹਾ। ਇਸ ਤਰ੍ਹਾਂ ਹੀ ਆਰਥਿਕ ਤੌਰ ਤੇ ਵੀ ਵੱਡੇ ਪੱਧਰ ਦੇ ਉੱਤੇ ਧਰੂਵੀਕਰਨ ਹੋ ਰਿਹਾ। ਬਹੁਤ ਸਾਰੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਬਣੇ ਹੋਏ ਆ ਤੇ ਬਹੁਤ ਸਾਰੇ ਬੰਦੇ ਗੁਲਛੜੇ ਅਡਾਰੇ, ਥੋੜੇ ਜਿਹੇ ਬੰਦੇ ਹੈਂਡਫੁੱਲ ਜਿਹੜੇ ਟੌਪ ਤੇ ਆ ਉਹ ਗੁਲਛੜੇ ਅਡਾਰੇ। ਇਹ ਡੈਮੋਕ੍ਰੇਸੀ ਦੀ ਮਜ਼ਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਖਦਸ਼ਾ ਤੇ ਖਤਰਾ ਬਣੀ ਹੋਈ ਹੈ। ਇਸ ਲਈ ਤੁਸੀਂ ਜਿਹੜੀ ਕਹਿੰਦੇ ਆ, ਸਵਾਲ ਤੁਹਾਡਾ ਦੁਬਾਰਾ ਦੱਸਿਓ ਕੀ ਸੀਗਾ? ਹਾਂ, ਜਿਹੜਾ ਇਲੈਕਸ਼ਨ ਦਾ ਲੰਬਾ ਸਮਾਂ ਰੱਖਿਆ, ਮੈਂ ਉੱਥੇ ਦੁਬਾਰਾ ਆ ਜਾਵਾਂ। ਉਹਦਾ ਕਾਰਨ ਇਹ ਆ ਕਿ ਪ੍ਰਧਾਨ ਮੰਤਰੀ ਦਾ ਭੁੱਸ ਪੂਰਾ ਕਰਨਾ, ਜਿਹੜਾ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਕਿਤੇ ਬਿਹੂ ਟੋਪੀ ਪਾ ਲੈਂਦੇ ਆ, ਕਿਤੇ ਟਰਾਈਬਲ ਪਗੜੀ ਬੰਨ੍ਹਦੇ ਆ, ਕਿਤੇ ਹੋਰ ਕਸ਼ਮੀਰੀ ਟੋਪੀ ਪਾ ਲੈਣਗੇ। ਇਹ ਸਾਰਾ ਹਿਮਾਚਲ 'ਚ ਹਿਮਾਚਲੀ ਟੋਪੀ ਪਾ ਕੇ ਸਾਰਿਆਂ ਨੂੰ ਦੱਸਣਾ ਕਿ ਮੈਂ ਸਾਰਿਆਂ ਦਾ ਬਰਾਬਰ ਆ। ਉਹ ਜਾ ਕੇ ਸੁਣਨ 'ਚ ਆਇਆ ਕਿ ਘੱਟੋ ਘੱਟ 150 ਰੈਲੀ ਦਾ ਪ੍ਰਧਾਨ ਮੰਤਰੀ ਦਾ ਪਲੈਨਿੰਗ ਹੋ ਚੁੱਕੀ ਹੈ। ਉਹ ਤਾਂ ਹੀ ਹੋ ਪਾਊਗੀ 150 ਰੈਲੀ ਜੇ ਤੁਸੀਂ ਉਹਨਾਂ ਨੂੰ ਖੁੱਲਾ ਟਾਈਮ 45 ਦਿਨ ਦਾ ਦਓਗੇ, 1.5 ਮਹੀਨੇ ਦਾ ਦਓਗੇ। ਤੇ ਬਿਲਕੁਲ ਇਹ ਨਵਾਂ ਰਵਾਇਤ ਪੈ ਚੁੱਕੀ ਆ ਕਿ ਪ੍ਰਧਾਨ ਮੰਤਰੀ ਸਾਡਾ ਸਟਾਰ ਕੰਪੇਨਰ ਆ। ਕੰਮ ਉਹਨੂੰ ਸੱਤਾ 'ਚ ਆਉਣਾ ਤੇ ਸੱਤਾ ਦਾ ਆਨੰਦ ਮਾਣਨਾ ਤੇ ਆਉਣ ਤੋਂ ਬਾਅਦ ਅਗਲੀ ਸੱਤਾ ਲਈ ਤਿਆਰੀ ਕਰਨੀ, ਇਹ ਹੋ ਚੁੱਕਾ ਆ। ਤੇ ਦੇਸ਼ ਦੇ ਵਿਕਾਸ ਦਾ, ਪਲੈਨਿੰਗ ਦਾ, ਬੇਰੁਜ਼ਗਾਰੀ ਕਿਵੇਂ ਕਰਨੀ ਆ, ਪਾਰਦਰਸ਼ਤਾ ਕਿਵੇਂ ਲਿਆਉਣੀ ਆ, ਲੋਕਾਂ ਦੇ ਬੇਰੁਜ਼ਗਾਰੀ ਤੋਂ ਕਿਵੇਂ ਜਾਣੀ ਮੁਕਤੀ ਪਾਉਣੀ ਆ, ਇਹ ਸਾਰੀਆਂ ਗੱਲਾਂ ਉਹਨਾਂ ਦਾ ਪ੍ਰਾਈਮ ਫੋਕਸ ਨਹੀਂ ਹੈ। ਜਿਹੜੇ ਬੰਦਿਆਂ ਦਾ ਮਾਈਂਡ ਸੈਟ ਹੀ ਸੱਤਾ ਦੇ ਵਿੱਚ ਰਹਿਣਾ ਤੇ ਸੱਤਾ ਦੇ ਨੂੰ ਆਪਣੇ ਹੱਥ ਵਿੱਚ ਕੰਟਰੋਲ ਕਰਨਾ ਉਹਦਾ ਹੋਊਗਾ। ਤੇ ਕੁਦਰਤੀ ਉਹ ਵੱਡੀਆਂ ਵੱਡੀਆਂ ਰੈਲੀਆਂ ਉਹੋ ਹੀ ਹੀਰੋ ਬਣ ਕੇ ਅੱਗੇ ਪੇਸ਼ ਕੀਤਾ ਹੈ। ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਦਾ ਕਿਆ ਪੱਥਰ ਤੇ ਲਕੀਰ ਆ, ਫਲਾਨਾ ਟਮਕਾਣਾ, ਇਹੋ ਜਿਹਾ ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਗੱਲਾਂ ਲਿਆ ਕੇ ਸਾਰੇ ਦੇਸ਼ ਦੇ ਵਿੱਚ ਫੈਲਾਈਆਂ ਹੋਈਆਂ। ਤੇ ਇੰਝ ਲੱਗਦਾ ਕਿ ਜਿਵੇਂ ਮੋਦੀ ਕੋਲੇ ਕੋਈ ਜਾਦੂ ਦੀ ਛੜੀ ਆ ਤੇ ਉਹ ਰਾਤੋਂ ਰਾਤ ਹੀ ਸਾਰੇ ਜਿਹੜੇ ਆ ਦੁੱਖ ਨਿਵਾਰਨ ਦੇਸ਼ ਦੇ ਲੋਕਾਂ ਦੇ ਕਰ ਦੂਗਾ। ਜਿਹੜਾ ਕੀਤਾ ਵੀ ਜਾ ਰਿਹਾ ਉਹ ਬੜਾ ਟੈਂਪਰੇਰੀ ਦੀ, ਉਹ ਐਵੇਂ ਪੈਲੀਏਟਿਵਸ ਆ ਜਿਹਨੂੰ ਕਹਿੰਦੇ ਆ, ਉਹ ਕੋਈ ਸਿਸਟਮ ਦੇ ਸੁਧਾਰ ਦੀ, ਸਿਸਟਮ ਨੂੰ ਮਜ਼ਬੂਤ ਕਰਨ ਵੱਲ ਕੁਝ ਨਹੀਂ ਹੋ ਰਿਹਾ। ਲੰਬਾ ਸਮਾਂ ਬਾਰ-ਬਾਰ ਇਲੈਕਸ਼ਨ, 7 ਫੇਜ਼ਸ ਦੀ ਇਲੈਕਸ਼ਨ ਆ। ਹੁਣ ਤੁਸੀਂ ਦੇਖ ਲਓ ਗਰਮੀ ਐਨ ਤੁਸੀਂ ਦੇਖ ਲਓ ਕਿ ਪਈ ਹੋਈ ਆ, ਪਤਾ ਨਹੀਂ ਅਜੇ ਵੀ ਕੋਟ ਕਾਟ ਤੁਸੀਂ ਤੇ ਪਾਇਆ ਆ, ਪਰ ਉਹ ਅੰਦਰ ਹੁਣ ਆਇਆ ਨਾ ਕਰਕੇ ਸਟੂਡੀਓ 'ਚ। ਅਦਰਵਾਈਜ਼ ਬਾਹਰ ਤੇ ਜਾਣੀ ਹੁਣੇ ਹੀ ਛੋਲੇ ਭੁੱਜਣ ਲੱਗ ਗਏ ਆ ਧੁੱਪ ਦੇ ਵਿੱਚ, ਇਹ ਹਾਲਤ ਬਣੀ ਆ। ਤੇ ਜਾ ਕੇ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਪੰਜਾਬ ਦੇ ਵਿੱਚ ਲਾਸਟ ਫੇਜ਼ ਦੇ ਵਿੱਚ, ਤੇ ਕੀ ਹਾਲਤ ਹੋਊਗੀ ਪੰਜਾਬ 'ਚ? ਓਵਰਆਲ ਜਿਹੜਾ ਇਹ ਆ ਕਿ ਵੱਧ ਤੋਂ ਵੱਧ 2 ਫੇਜ਼ ਹੋਣੇ ਚਾਹੀਦੇ ਆ। ਕੁਝ ਸਟੇਟਾਂ ਦੇ ਵਿੱਚ ਜੇ ਕੋਈ ਗੱਲ ਆ ਤੇ ਉੱਥੇ ਤੁਸੀਂ ਮਾੜਾ ਜਿਹਾ ਕਰ ਲਓ, ਕੋਈ ਇੰਤਜ਼ਾਮ ਕਰ ਲਓ, ਉੱਥੇ ਜ਼ਿਆਦਾ ਫੋਰਸ ਭੇਜ ਦਿਓ, ਉੱਥੇ ਕੁਝ ਕਰੋ। ਪਰ ਬਾਕੀ ਸਾਰੇ ਦੇਸ਼ ਦੇ ਵਿੱਚ 2 ਜਾਂ ਵੱਧ ਤੋਂ ਵੱਧ 3 ਫੇਜ਼, ਜਾਣੀ ਤੁਸੀਂ 10 ਦਿਨਾਂ 'ਚ ਸਾਰੀ ਇਲੈਕਸ਼ਨ ਨੂੰ ਖਤਮ ਕਰੋ। 10 ਦਿਨਾਂ ਦੇ ਅੰਦਰ ਅੰਦਰ ਖਤਮ ਹੋਣੀ ਚਾਹੀਦੀ। ਇਹ ਨਹੀਂ ਕਿ 1.5 ਮਹੀਨਾ ਇਲੈਕਸ਼ਨ ਦੇ ਵਿੱਚ ਹੀ ਲਾ ਦਿਓ ਤੇ ਬਾਅਦ 'ਚ ਜਦੋਂ ਕਹੋ ਕਿ ਤੁਸੀਂ ਈਵੀਐਮ ਨੂੰ ਛੱਡ ਕੇ ਆਈ, ਵੀ ਬਹੁਤ ਵੱਡਾ ਰੌਲਾ ਪਿਆ। ਰਾਹੁਲ ਗਾਂਧੀ ਨੇ ਵੀ ਚੁੱਕਿਆ, ਮਲਕਾਰਜੁਨ ਖੜਗੇ ਨੇ ਵੀ, ਆਮ ਜਨਤਾ ਵੀ ਚੁੱਕ ਰਹੀ ਆ, ਪ੍ਰਸ਼ਾਂਤ ਭੂਸ਼ਣ ਉਹਨਾਂ ਨੇ ਬੜੀ ਦੇਰ ਦਾ ਮੁੱਦਾ ਚੁੱਕਿਆ ਆ। ਉਦੋਂ ਜਦੋਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਕਹਿੰਦੇ ਜੀ ਵੋਟਾਂ ਗਿਣਨ ਨੂੰ ਟਾਈਮ ਬੜਾ ਲੱਗਦਾ ਪਿਆ, ਜਿਹੜਾ ਤੁਸੀਂ 1.5 ਮਹੀਨਾ ਲਾਉਂਦੇ ਆ ਉਦੋਂ ਟਾਈਮ ਨਹੀਂ ਲਾਉਂਦੇ ਤੁਸੀਂ। ਜਿਹਦੀ 19 ਤਰੀਕ ਨੂੰ ਵੋਟ ਪੈਣੀ ਹੈ, ਰਿਜ਼ਲਟ ਆਉਣਾ ਉਹਦਾ 4 ਜੂਨ ਨੂੰ ਜਾ ਕੇ, ਉਹਨਾਂ ਚਿਰ ਕੀ ਕਰਨਗੇ? ਸਰਕਾਰਾਂ ਤੇ ਬੰਦ ਹੋ ਗਈਆਂ ਨਾ, ਇੰਨਾ ਚਿਰ ਸਾਰੇ ਇਲੈਕਸ਼ਨ ਕੋਡ ਲੱਗ ਗਿਆ, ਸਾਰਾ ਫੰਕਸ਼ਨਿੰਗ ਬੰਦ ਹੋ ਗਈ ਆ। ਪੰਜਾਬ ਦੇ ਅੰਦਰ ਕੋਈ ਹੁਣ ਫੰਕਸ਼ਨਿੰਗ ਥੋੜੀ ਹੋਊਗੀ, ਕੋਈ ਵੀ ਕਿਸੇ ਕਿਸਮ ਦਾ ਇਨੀਸ਼ੀਏਟਿਵ ਨਹੀਂ ਲਿਆ ਜਾਊਗਾ। ਇਸ ਲਈ ਇਹ ਇੱਕ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਔਰ ਦੂਜਾ, ਈਵੀਐਮ ਜਿਹੜਾ ਹਰ ਹਾਲਤ ਬੰਦ ਹੋਣਾ ਚਾਹੀਦਾ। ਉਹਦੇ ਤੇ ਸਾਰਿਆਂ ਦੇ ਸ਼ੰਕੇ ਸੁਭਾ ਬੜੇ ਭਾਰੀ ਹੋ ਚੁੱਕੇ ਆ। ਅੱਜ ਵੀ ਜੇ ਬਦਲਣਾ ਚਾਹਣ ਤੇ ਉਹ ਪਰਚੀਆਂ ਤੇ ਆ ਸਕਦੇ ਆ, ਨਹੀਂ ਤੇ ਇਹ ਇੱਕ ਚਰਚਾ ਚੱਲ ਪਈ ਹੈ ਸੰਜੀਵ ਜੀ ਕਿ ਜੇ ਜਿਸ ਤਰ੍ਹਾਂ ਬਾਕੀ ਜਗ੍ਹਾ ਪੈਸਿਆਂ ਦੇ ਮਾਮਲੇ 'ਚ ਦਾਦਾਗਿਰੀ, ਫੰਡਾਂ ਦੇ ਮਾਮਲੇ 'ਚ ਦਾਦਾਗਿਰੀ ਹੋ ਰਹੀ ਹੈ, ਤੇ ਈਵੀਐਮ ਵੀ ਉਸੇ ਦਾ ਹਿੱਸਾ, ਇੱਕ ਵੱਡਾ ਇੱਕ ਫਰਾਡ ਦਾ ਹਿੱਸਾ ਹੋ ਸਕਦੀਆਂ ਆ ਜੇ ਇਸ ਨੂੰ ਨਾ ਬਦਲਿਆ ਗਿਆ। क्या ये भी जानते कि जे ईवीएम की सच्चाई सामने आ जाए, इलैक्टोरल बॉन्ड्स की सच्चाई सामने आ जाए तो करप्शन फ्री हो जाण इलैक्शनस,
ਤਾਂ ਬੀਜੇਪੀ ਵਾਸਤੇ ਇਹ ਕੇਕ ਵਾਕ ਨਹੀਂ ਰਹੇਗੀ। ਇਹ ਵੀ ਪੋਲੀਟੀਕਲ ਪੰਡਿਤਸ ਕਹਿੰਦੇ ਨੇ ਕਿ 2024 ਦੀਆਂ ਇਲੈਕਸ਼ਨ ਜਿੱਤਣਾ ਔਰ ਹੈਟ੍ਰਿਕ ਬਣਾਉਣਾ ਇਹ ਆਸਾਨ ਨਹੀਂ ਹੋਏਗਾ। ਸੋ ਇੱਕ ਜਾਂਦੇ ਜਾਂਦੇ ਛੋਟੀ ਜੀ ਬਰੀਫ ਸਟੇਟਮੈਂਟ ਤੁਹਾਡੇ ਵੱਲੋਂ। ਵਿਪਕਸ਼ ਇਸ ਵਕਤ ਅਸੀਂ ਕਾਂਗਰਸ ਨੂੰ ਹੀ ਮੰਨ ਕੇ ਚੱਲ ਰਹੇ ਹਾਂ ਔਰ ਕਾਂਗਰਸ ਨੇ ਲੀਡ ਕੀਤਾ ਤਾਂ ਇੰਡੀਆ ਅਲਾਇੰਸ ਬਣਿਆ ਹੋਇਆ ਹੈ। ਕਾਂਗਰਸ ਦਾ ਜੋ ਇਹ ਸਾਰਾ ਵਰਤਾਰਾ ਰਿਹਾ ਹੈ, ਰਾਹੁਲ ਗਾਂਧੀ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਜੋ ਭਾਰਤ ਜੋੜੋ ਨਿਆਂ ਯਾਤਰਾ ਚਲਾਈ ਉਹਨਾਂ ਨੇ, ਉਹਦਾ ਕੀ ਅਸਰ ਵੇਖਣ ਨੂੰ ਮਿਲੇਗਾ 2024 ਦੀਆਂ ਇਲੈਕਸ਼ਨਸ ਦੇ ਉੱਤੇ ਤੇ ਕਾਂਗਰਸ ਦੀ ਤੇ ਇੰਡੀਆ ਅਲਾਇੰਸ ਦੀ ਪਰਫਾਰਮੈਂਸ ਦੇ ਉੱਤੇ ਕੀ ਇੰਪੈਕਟ ਪਏਗਾ? ਮਨਜੀਤ ਜੀ। ਜਿਸ ਤਰੀਕੇ ਨਾਲ ਕਾਂਗਰਸ ਬਹੁਤ ਹੀ ਡੀਸਪਿਰਿਟਡ ਜੀ ਮਹਿਸੂਸ ਕਰਦੀ ਸੀ, ਮਾਯੂਸ ਮਹਿਸੂਸ ਕਰਦੀ, ਇਹ ਸਾਰੀ ਯਾਤਰਾ ਨੇ ਕਾਂਗਰਸ ਦੇ ਵਰਕਰਾਂ 'ਚ, ਕਾਂਗਰਸ ਦੀ ਪਾਰਟੀ 'ਚ ਉਮੀਦ ਵੀ ਜਗਾਈ ਆ, ਉਤਸ਼ਾਹ ਵੀ ਭਰਿਆ। ਇਹ ਆਪਣੇ ਆਪ 'ਚ ਬਹੁਤ ਵੱਡੀ ਅਚੀਵਮੈਂਟ ਆ ਤੇ ਸਰਟਨਲੀ ਪਿਛਲੀ ਵਾਰ ਨਾਲੋਂ ਐਤਕੀ ਪਰਫਾਰਮੈਂਸ ਕਾਂਗਰਸ ਦੀ ਬੈਟਰ ਲੱਗਦੀ ਹੈ। ਔਰ ਬਾਕੀ ਇਹ ਹੈ ਕਿ ਸਾਰੀਆਂ ਪਾਰਟੀਆਂ ਕਿਉਂਕਿ ਸੱਤਾ ਦੀਆਂ ਬੜੀਆਂ ਲਾਲਚੀ ਹੁੰਦੀਆਂ, ਜੇ ਉਹ ਸੱਚੀ ਮੁੱਚੀ ਜਿਸ ਤਰੀਕੇ ਨਾਲ ਇਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ 1 to 1 ਕੈਂਡੀਡੇਟ ਸਾਹਮਣੇ ਖੜਾ ਕਰਨ ਦੀ ਗੱਲ ਕੀਤੀ ਸੀਗੀ ਕਿ ਆਪਾਂ ਬੀਜੇਪੀ ਜਾਂ ਐਨਡੀਏ ਦੇ ਸਾਹਮਣੇ ਆਪਾਂ INDIA ਦਾ ਇੱਕ 1 to 1 ਕਰਾਂਗੇ, ਉਹ ਸਿਰੇ ਤੇ ਨਹੀਂ ਲੱਗੀ। ਪਰ ਜਿੰਨਾ ਕੁ ਵੀ ਗੰਢ ਤੁੱਪ ਜਿਹਾ ਜਿਸ ਤਰ੍ਹਾਂ ਹੋ ਗਿਆ, ਯੂਪੀ 'ਚ ਹੋ ਗਿਆ, ਹੋਰ ਜਗ੍ਹਾ ਜਗ੍ਹਾ ਹੋ ਗਿਆ, ਉਹਦੇ ਨਾਲ ਇੱਕ ਗੱਲ ਸਾਫ਼ ਲੱਗਦੀ ਹੈ ਕਿ ਜਿੰਨਾ ਇਹ ਲੱਗਦਾ ਸੀ ਕਿ ਖਿੰਡਰਿਆ ਜਾਂ ਇਹਦਾ ਕੋਈ ਅਸਰ ਨਹੀਂ ਹੈ INDIA ਦਾ, ਉਸ ਦਾ ਅਸਰ ਥੱਲੇ ਧਰਾਤਲ ਤੇ ਬਹੁਤ ਹੈਗਾ। ਉੱਪਰ ਮੀਡੀਆ ਕਿਉਂਕਿ ਬਹੁਤ ਕਬਜ਼ਾ ਕੀਤਾ ਹੋਇਆ, ਕੱਲ ਮੀਡੀਆ ਦੇ ਬਾਰੇ ਸਾਰਿਆਂ ਦੇ ਦਿਖਾ ਰਹੇ ਸੀ ਕਿ ਕਿਹਦਾ ਕਿਹਦਾ ਕਿੰਨਾ ਕਬਜ਼ਾ ਹੈਗਾ। ਉਹਨਾਂ ਹੀ ਕਾਰਪੋਰੇਟਾਂ ਦਾ ਜਿਨ੍ਹਾਂ ਨੇ ਫੰਡ ਦਿੱਤੇ ਆ, ਉਹਨਾਂ ਦਾ ਮੀਡੀਆ ਤੇ ਵੀ ਕਬਜ਼ਾ। ਤੇ ਤੂਤਨੀ ਕਿਹੋ ਜਿਹੀ ਵਜਾਉਣੀ ਆ, ਕਿਹੋ ਜਿਹੀ ਉੱਥੇ ਸੁਰ ਕੱਢਣੀ ਆ ਮੋਦੀ ਜੀ ਦੇ ਹੱਕ ਵਿੱਚ, ਉਹ ਵੀ ਉਹਨਾਂ ਦੇ ਹੱਥ ਵਸਿਆ। ਤੇ ਇਹ ਜਿਹੜੀ ਉੱਪਰ ਦਾ ਹੱਲਾ ਗੁੱਲਾ ਚੱਲ ਰਿਹਾ ਨਾ, ਸਾਰਾ ਵੋਟਰ ਥੱਲੇ ਕੀ ਸੋਚ ਰਹੇ ਆ, ਉਹਦੇ ਤੇ ਮਾੜਾ ਮੋਟਾ ਤੇ ਅਸਰ ਪੈਂਦਾ। ਪਰ ਫਿਰ ਵੀ ਉਹਨਾਂ ਨੂੰ ਨਿੱਜੀ ਜਿਹੜੀਆਂ ਮੁਸੀਬਤਾਂ ਹੁੰਦੀਆਂ ਨਾ ਜੀ, ਉਹ ਡਿਸਾਈਸਿਵ ਹੋਣਗੀਆਂ। ਇਸ ਲਈ ਮੈਨੂੰ ਲੱਗਦਾ ਕਿ ਇਹਦਾ ਅਸਰ ਤੇ ਹੈ ਜੀ। ਮੁੱਦੇ ਹੋਰ ਵੀ ਨੇ ਕਿਉਂਕਿ ਹੁਣ ਜਿਉਂ-ਜਿਉਂ ਇਹ ਗੇਮ ਮੰਗਣੀ ਹੈ ਇਲੈਕਸ਼ਨਸ ਦੀ, ਜਿਉਂ-ਜਿਉਂ ਅਪ੍ਰੈਲ 19 ਨੇੜੇ ਆਉਣੀ ਹੈ, ਤਿਉਂ-ਤਿਉਂ ਗਤੀਵਿਧੀਆਂ ਵੀ ਵੱਧਦੀਆਂ ਨੇ ਤੇ ਅਸੀਂ ਇਹ ਗਤੀਵਿਧੀਆਂ ਲੈ ਕੇ, ਇਹ ਮੁੱਦੇ ਲੈ ਕੇ ਤੁਹਾਨੂੰ ਅਪਰੋਚ ਕਰਦੇ ਰਹਿਣਾ ਮਨਜੀਤ ਜੀ। ਔਰ ਤੁਸੀਂ ਵੀ ਬਿਲਕੁਲ ਹੁਣ ਤਿਆਰ ਰਹਿਣਾ ਕਿਉਂਕਿ ਇਲੈਕਸ਼ਨਸ ਦਾ ਜੋ ਮੋਡ ਚੱਲਦਾ ਪਿਆ ਇਹਦੇ ਵਿੱਚ ਬਹੁਤ ਜ਼ਿਆਦਾ ਵਿਸ਼ਲੇਸ਼ਣ ਦੀ ਲੋੜ ਹੈ ਤੁਹਾਡੇ ਵੱਲੋਂ ਔਰ ਸਾਨੂੰ ਤੁਸੀਂ ਜ਼ਰੂਰ ਐਨਲਾਈਟਨ ਕਰਨਾ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਨਜੀਤ ਜੀ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਵਾਸਤੇ। ਥੈਂਕ ਯੂ ਸੋ ਮਚ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।